सब रजिस्ट्रार साहब ਜਿਹੜੇ ਪੁਰਾਣੇ ਸੀਗੇ ਲਖਵਿੰਦਰ ਸਿੰਘ ਗਿੱਲ ਜੀ ਸਬ ਰਜਿਸਟਰਾਰ ਜਲੰਧਰ 2 ਉਹਨਾਂ ਵੱਲੋਂ ਇਹ ਕਿਹਾ ਗਿਆ ਕੁਝ ਬੰਦਿਆਂ ਨੂੰ ਵੀ ਮੇਰੇ ਕੋਲ ਮਾਨਯੋਗ ਅਦਾਲਤ ਦਾ ਸਟੇ ਹੈਗਾ ਤੇ ਮੇਰਾ ਤਬਾਦਲਾ ਨਹੀਂ ਹੋ ਸਕਦਾ, ਜਿਸ ਨੂੰ ਲੈ ਕੇ ਮੈਂ ਡੀਸੀ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੋਈ ਹੈ। ਅੱਛਾ, ਮੀਡੀਆ ਨੂੰ ਈਵਨ ਅਸੀਂ ਵੀ ਗਏ ਹਾਂ, ਸਾਨੂੰ ਇਹ ਕਿਹਾ ਗਿਆ ਵੀ ਸਰਕਾਰ ਦੀ ਪਾਲਿਸੀ ਹੈ ਵੀ ਜਦੋਂ ਬੰਦੇ ਦੀ ਰਿਟਾਇਰਮੈਂਟ ਹੋਣੀ ਹੋਵੇ ਤੇ ਉਹਨੂੰ ਦੂਜੀ ਜਗ੍ਹਾ ਉਹਦਾ ਬਦਲੀ ਨਹੀਂ ਕੀਤੀ ਜਾਂਦੀ ਕਿਸੇ ਹੋਰ ਜਗ੍ਹਾ ਤੇ। ਅੱਛਾ ਜੀ, ਇਸ ਕਰਕੇ ਮੇਰੇ ਕੋਲ ਸਟੇ ਪ੍ਰਾਪਤ ਹੈ। ਅਸੀਂ ਜਦੋਂ ਇਸ ਮਾਮਲੇ ਦੀ ਗਹਿਰਾਈ 'ਚ ਪਹੁੰਚੇ, ਇੱਥੇ ਜਲੰਧਰ ਦੇ ਕਿਸੇ ਵੀ ਅਫਸਰ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰਤਾ। ਰਵੀ ਜੀ, ਦੋ ਗੱਲਾਂ ਕਰਕੇ ਇਨਕਾਰ ਹੁੰਦਾ, ਜਾਂ ਤੇ ਉਹਨਾਂ ਨੂੰ ਪਤਾ ਨਾ ਹੋਵੇ ਜਾਂ ਕੁਝ ਛੁਪਾ ਰਹੇ ਹੋ। रवि जी, एक बड़ी हैरानी वाली गल है, असी भी जो इत्थे चार्ज लैके आए सी बतौर सब रजिस्ट्रार 2, जो हर पत्रकार मिलता नवे अफसर नूं गलबात होंदी है, असी पुछते हैं भी सर तुसी कदों अपनी ड्यूटी ज्वाइन की? उन्होंने कहा मैं एज ए 1990 च एज ए कानून को ज्वाइन की। पटवारी वाली गल उन्होंने हर बंदे को छुपा के रखी, या कोई भी इधर रेवन्यू अफसर ਜਿਹੜੇ ਹੈਗੇ ਨੇ ਉਹਨਾਂ ਨੂੰ ਡਿਸਮਿਸ ਕਰਨ ਦੀ ਜਾਂ ਉਹਨਾਂ ਨੂੰ ਕੋਈ ਸਜ਼ਾ ਦੇਣ ਦੀ ਡਾਇਰੈਕਟ ਪਾਵਰ ਜਿਹੜੀ ਹੈ ਡੀਸੀ ਕੋ ਵੀ ਨਹੀਂ ਹੈਗੀ। ਐਫਸੀਆਰ ਦੇ ਅੰਡਰ ਆਉਂਦੇ ਆ, ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਦੇ ਅੰਡਰ ਆਉਂਦੇ ਨੇ ਸਾਰੇ। ਅਸੀਂ ਜਦੋਂ ਇਹਦੀ ਪੜਤਾਲ ਕੀਤੀ ਤੇ ਪਤਾ ਚੱਲਿਆ ਵੀ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਨੇ ਜਦੋਂ ਇਹ ਦੇਖਿਆ ਵੀ ਇਹ ਮਾਮਲਾ ਜਿਹੜਾ ਸੈਂਸਿਟਿਵ ਮਾਮਲਾ ਹੈ ਔਰ ਕੋਰਟ ਵੀ ਇਹਦੇ 'ਚ ਇਨਵੋਲਵ ਹੋ ਗਈ ਹੈ, ਫਿਰ ਉਹਨਾਂ ਨੇ ਬਿਹਤਰ ਸਮਝਿਆ ਵੀ ਉਹਨੂੰ ਐਫਸੀਆਰ ਦੇ ਕੋਲ ਭੇਜਤਾ ਜਾਏ। एफसीआर ਦੇ ਕੋਲ ਹਾਲੇ ਵੀ ਇਹ ਮਾਮਲਾ ਵਿਚਾਰਾਧੀਨ ਹੈ। ਰਿਟਾਇਰਮੈਂਟ ਤੇ ਰੱਖੇ ਭਾਈ ਸਾਹਿਬ। ਹਾਂਜੀ, ਇਹਨਾਂ ਦੀ ਰਿਟਾਇਰਮੈਂਟ ਤੋਂ ਕੁਝ ਮਹੀਨਿਆਂ ਤੱਕ ਡਿਊ ਹੈ ਜੀ। ਜੋ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਤਰੀਕੇ ਚਾਹੁੰਦੇ ਵੀ ਇਹਨਾਂ ਦੀ ਰਿਟਾਇਰਮੈਂਟ ਵਾਲਾ ਪੀਰੀਅਡ ਨਿਕਲ ਜਾਏ, ਯਾਨੀ ਰਿਟਾਇਰ ਹੋ ਜਾਣ ਤੇ ਬਾਅਦ ਚੋਂ ਆਪਣਾ ਕੰਮ ਚੱਲਦਾ ਰਹੇ ਤਾਂ ਜੋ ਇਹਨਾਂ ਦੀ ਨੌਕਰੀ ਦੀ ਖਰਾਬੀ ਨਾ ਆਏ। ਲੇਕਿਨ ਇਹ ਐਲੀਗੇਸ਼ਨਸ ਚਾਹੇ ਸੱਚੇ ਨੇ ਚਾਹੇ ਝੂਠੇ ਨੇ, ਲੇਕਿਨ ਬਹੁਤ ਸੀਰੀਅਸ ਐਲੀਗੇਸ਼ਨਸ ਹੈ। ਕਿਉਂਕਿ ਪੰਜਾਬ ਸਰਕਾਰ ਜਿਹੜਾ ਵੀ ਅਗਰ ਤਨਖਾਹ ਦਿੰਦੀ ਕਿਸੇ ਮੁਲਾਜ਼ਮ ਨੂੰ, ਉਹ ਆਮ ਜਨਤਾ ਦਾ ਖੂਨ ਪਸੀਨੇ ਦੀ ਗਾੜੀ ਕਮਾਈ ਦੇ ਟੈਕਸਸ ਦਾ ਪੈਸਾ ਹੈ। ਅਗਰ ਉਸ ਪੈਸੇ ਦੀ ਕੋਈ ਬੰਦਾ ਧੋਖਾਧੜੀ ਕਰ ਰਿਹਾ ਹੈ, ਗਲਤ ਢੰਗ ਨਾਲ ਲੈ ਰਿਹਾ ਹੈ, ਅਗਰ ਇਹ ਸੱਚ ਹੈ, ਵਾਕਈ ਸੱਚ ਹੈ ਵੀ ਇਹਨਾਂ ਨੇ ਕੰਪੈਸ਼ਨੇਟ ਗਰਾਊਂਡ ਦੇ ਉੱਪਰ ਝੂਠੀ ਗਰਾਊਂਡ ਬਣਾ ਕੇ ਇਹਨਾਂ ਨੇ ਅਪਲਾਈ ਕੀਤਾ ਔਰ ਨੌਕਰੀ ਲੈ ਲਈ, ਔਰ ਜਦ ਕਿ ਉਹਦਾ ਉਹ ਬੈਨੀਫਿਟ ਉਸੇ ਚੀਜ਼ ਦਾ ਕੰਪੈਸ਼ਨੇਟ ਗਰਾਊਂਡ ਦਾ ਬੈਨੀਫਿਟ ਆਪਣੀ ਮਦਰ ਦਾ ਉਹ ਉਹਦੇ ਬ੍ਰਦਰ ਨੂੰ ਦਵਾ ਚੁੱਕੇ ਸੀ, ਫਿਰ ਇਹਨਾਂ ਨੇ ਸਿੱਧਾ ਹੀ 420 ਧੋਖਾਧੜੀ ਕੀਤੀ ਇਹਨਾਂ ਨੇ ਸਰਕਾਰ ਦੇ ਨਾਲ, ਜਨਤਾ ਦੇ ਨਾਲ। ਔਰ ਅਗਰ ਇਹ ਵਾਕਈ ਇਸ ਸਾਰੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਂਦੇ ਆ ਰਵੀ ਜੀ, ਇਹਨਾਂ ਦੇ ਖਿਲਾਫ ਵਾਕਈ ਕ੍ਰਿਮੀਨਲ ਪਰਚਾ ਦਰਜ ਹੋ ਸਕਦਾ ਹੈ, ਸਜ਼ਾ ਵੀ ਹੋ ਸਕਦੀ ਹੈ। ਔਰ ਜਿੰਨੀ ਇਹਨਾਂ ਨੇ 1990 ਤੋਂ ਲੈ ਕੇ ਅੱਜ ਤੱਕ ਜਿੰਨੇ ਇਹਨਾਂ ਨੇ ਪੈਸੇ ਬਤੌਰ ਸੈਲਰੀ ਲਿੱਤੇ ਆ, ਸਾਰੇ ਦੇ ਸਾਰੇ ਇਹਨਾਂ ਨੂੰ ਵਾਪਸ ਕਰਨੇ ਪੈਣਗੇ। ਉਹਦੀ ਰਿਕਵਰੀ ਵੀ ਸਰਕਾਰ ਜਿਹੜੀ ਹੈ ਇਨੀਸ਼ੀਏਟ ਕਰ ਸਕਦੀ ਹੈ। ਦਿਸ ਇਜ਼ ਨਾਟ ਅ ਸਮਾਲ ਮੈਟਰ। ਰਿਲੀਵ ਨਹੀਂ ਹੋਇਆ, ਜਦੋਂ ਮੈਂ ਰਿਲੀਵ ਹੋ ਜਾਊਂਗਾ ਉਹ ਆਣ ਕੇ ਕੰਮ ਕਰਾਂਗਾ। ਟ੍ਰਾਂਸਫਰ ਹੈ ਮਾਨਯੋਗ ਚੀਫ ਮੁੱਖ ਸਕੱਤਰ ਪੰਜਾਬ ਜੀ ਦੇ ਹੁਕਮ ਅਨੁਸਾਰ ਜਲੰਧਰ ਸਬ ਰਜਿਸਟਰਾਰ ਜਲੰਧਰ 2 ਵਿਖੇ ਹੋਈ ਹੈ। ਦੂਸਰੇ ਜਿਹੜੇ ਪਹਿਲਾਂ ਵਾਲੇ ਸਬ ਰਜਿਸਟਰਾਰ ਹੈ ਉਹਨਾਂ ਨੇ ਕੋਈ ਐਪਲੀਕੇਸ਼ਨ ਦਿੱਤੀ ਹੋਈ ਹੈ, ਉਹ ਕਹਿੰਦੇ ਸੀ ਵੀ ਇਸ ਡਿਸਾਈਡ ਘੰਟੇ 2 ਘੰਟਿਆਂ ਦੇ ਵਿੱਚ ਹੋ ਜਾਂਦੀ ਹੈ। ਅਕੋਰਡਿੰਗਲੀ ਵਿਲ ਐਕਟ। ਇਹ ਨਾ ਸਾਰਾ ਜੋ ਮਸਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਹੈਗਾ ਵਾ, ਉਹ ਤੁਹਾਨੂੰ ਸਾਰਾ ਦੱਸ ਸਕਦੇ ਆ। ਜੋ ਆਰਡਰ ਹੋਏ ਆ ਉਹਨਾਂ ਬਾਰੇ ਜੋ ਡਿਟੇਲਸ ਸਾਰੇ ਡੀ ਸਾਹਿਬ ਦੇ ਧਿਆਨ 'ਚ ਹੈਗਾ। ਤੇ ਸਰ ਅੱਜ ਫਿਰ ਕੋਈ ਕੰਮ ਤੇ ਨਹੀਂ ਰੁਕੇਗਾ ਜੀ ਜਨਤਾ ਦਾ? ਮੈਂ ਜੇ ਰਿਲੀਵ ਨਹੀਂ ਹੋਇਆ, ਜਦੋਂ ਮੈਂ ਰਿਲੀਵ ਹੋ ਜਾਊਂਗਾ ਉਹ ਆਣ ਕੇ ਕੰਮ ਕਰਨਗੇ। ਜਨਤਾ ਦਾ ਸਾਰਾ ਕੰਮ ਨਾਰਮਲ ਚੱਲੇਗਾ? ਨਾਰਮਲ ਚੱਲੇਗਾ, ਕਿਸੇ ਨੂੰ ਪਬਲਿਕ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਜੋ ਅਧਿਕਾਰੀ ਹੁਕਮ ਦੇਣਗੇ ਉਹਨਾਂ ਦੀ ਕੰਪਲੇਂਸ 100% ਕੀਤੀ ਜਾਏਗੀ। ਇਹਨਾਂ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡਾ ਰਵੀ ਰੌਣਖਰ। ਦਰਸ਼ਕੋ, ਸਰਕਾਰੀ ਅਧਿਕਾਰੀ ਦਾ ਕੰਮ ਹੁੰਦਾ ਜਨਤਾ ਦੀ ਸੇਵਾ ਕਰਨਾ, ਲੇਕਿਨ जनता की सेवा और अधिकारी के विचकार अगर कुर्सी आ जाए और कुर्सी का मोह आ जाए फिर तुसी की कहोगे। असी पिछले दिनों देखा कि तहसील कंपलैक्स के विच सब रजिस्ट्रार दफ्तर विच किस अधिकारी की एक अपॉइंटमेंट हुई। वो अधिकारी अपना चार्ज लैन वास्ते आया। जो चार्ज लैन आया तो जो पहला उत्थे अधिकारी बैठा सी, वो कहता जी मेरे को हाई कोर्ट के ऑर्डर हैं, मैं ये चार्ज नहीं छड्डना। DC बड़े बड़े अधिकारी सारे पै गए और बहुत एक चर्चा का विषय बनया। तो सोचने की गल ये है कि भाई ਤੁਸੀਂ ਤਾਂ ਜਨਤਾ ਦਾ ਕੰਮ ਕਰਨ ਵਾਸਤੇ ਆਏ ਹੋ। ਕਿਸੇ ਨੂੰ ਅਗਰ ਆਰਡਰ ਮਿਲ ਚੁੱਕਿਆ ਹੈ, ਉਹਦਾ ਤਬਾਦਲਾ ਹੋ ਚੁੱਕਾ ਹੈ, ਉਹਨੂੰ ਚਾਰਜ ਲੈਣ ਨੂੰ ਕਿਉਂ ਰੋਕਿਆ ਜਾ ਰਿਹਾ? ਇਸ ਮਸਲੇ ਦੇ ਵਿੱਚ ਹੁਣ ਇੱਕ ਬਹੁਤ ਚੌਂਕਾਉਣ ਵਾਲੀ ਗੱਲ ਸਾਹਮਣੇ ਆਈ ਹੈ। ਉਹ ਮੈਂ ਜਾਣਾਂਗਾ ਆਪਣੇ ਸੀਨੀਅਰ ਸਾਥੀ ਕੁਮਾਰ ਅਮਿਤ ਤੋਂ। ਅਮਿਤ ਜੀ,
ਸਵਾਗਤ ਤੁਹਾਡਾ। ਰਵੀ ਜੀ, ਪਹਿਲੇ ਤੇ ਤੁਹਾਡਾ ਸਵਾਗਤ ਹੈ। ਕਾਫੀ ਚਿਰਾਂ ਬਾਅਦ ਹੌਟ ਨਿਊਜ਼ ਇੰਡੀਆ ਦੇ ਵਿੱਚ ਤੁਹਾਡੇ ਨਾਲ ਚਰਚਾ ਕਰ ਰਹੇ ਹਾਂ। ਜੀ। ਦਿਲੋਂ ਬੜੇ ਲੋਕਾਂ ਦੀ ਬੜੀ ਦੇਰ ਤੋਂ ਇਸ ਗੱਲ ਦੀ ਮੰਗ ਸੀ ਵੀ ਰਵੀ ਜੀ ਨਾਲ ਇੱਕ ਵਾਰੀ ਫੇਰ ਤੋਂ ਚਰਚਾ ਹੋਣੀ ਚਾਹੀਦੀ ਹੈ। ਤੇ ਰੱਬ ਵੱਲੋਂ ਇਹ ਜਿਹੜਾ ਤੁਸੀਂ ਟੌਪਿਕ ਗੱਲ ਆਪਾਂ ਡਿਸਕਸ ਕਰ ਰਹੇ ਹਾਂ, ਬਹੁਤ ਹੀ ਕ੍ਰੂਸ਼ਲ ਟੌਪਿਕ ਹੈ। ਰਵੀ ਜੀ, ਸਰਕਾਰੀ ਮਹਿਕਮੇ 'ਚ ਤੁਸੀਂ ਵੀ ਬਹੁਤ ਵਿਚਰੇ ਹੋ, ਬਹੁਤ ਤੁਸੀਂ ਕਈ ਆਫਿਸਰਸ ਨਾਲ ਗੱਲਬਾਤ ਕਰਦੇ ਰਹੇ ਹੋ, ਇੰਟਰਵਿਊਜ਼ ਵੀ ਕੀਤੀਆਂ, ਨਿਊਜ਼ ਵੀ ਕਵਰੇਜ ਕੀਤੀਆਂ। ਕਿਸੇ ਵੀ ਸਰਕਾਰੀ ਮੁਲਾਜ਼ਮ ਦਾ ਤਬਾਦਲਾ ਹੋਣਾ ਇੱਕ ਰੂਟੀਨ ਪ੍ਰੋਸੈਸ ਹੈ। ਬਿਲਕੁਲ। ਕੋਈ ਵੀ ਬੰਦਾ ਵੱਡੇ ਤੋਂ ਵੱਡਾ ਅਫਸਰ ਹੋਵੇ, ਉਹਦਾ ਤਬਾਦਲਾ ਨਿਸ਼ਚਿਤ ਤੌਰ ਤੇ ਹੋਣਾ ਹੈ। ਉਹ ਇਹ ਨਹੀਂ ਕਹਿ ਸਕਦੇ ਵੀ ਮੈਂ ਇਸ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਨਹੀਂ ਜਾਣਾ ਜ਼ਬਰਦਸਤੀ। ਸਰਕਾਰ ਦਾ ਪ੍ਰੈਰੋਗੇਟਿਵ ਹੈ। ਚਲੋ ਕੋਈ ਗੱਲ ਨਹੀਂ। ਹੁਣ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਸਾਡੇ ਸਬ ਰਜਿਸਟਰਾਰ ਸਾਹਿਬ ਜਿਹੜੇ ਪੁਰਾਣੇ ਸੀਗੇ, ਲਖਵਿੰਦਰ ਸਿੰਘ ਗਿੱਲ ਜੀ, ਸਬ ਰਜਿਸਟਰਾਰ ਜਲੰਧਰ 2, ਉਹਨਾਂ ਵੱਲੋਂ ਇਹ ਕਿਹਾ ਗਿਆ ਕੁਝ ਬੰਦਿਆਂ ਨੂੰ ਵੀ ਮੇਰੇ ਕੋਲ ਮਾਨਯੋਗ ਅਦਾਲਤ ਦਾ ਸਟੇ ਹੈਗਾ ਤੇ ਮੇਰਾ ਤਬਾਦਲਾ ਨਹੀਂ ਹੋ ਸਕਦਾ, ਜਿਸ ਨੂੰ ਲੈ ਕੇ ਮੈਂ ਡੀਸੀ ਸਾਹਿਬ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੋਈ ਹੈ। ਅੱਛਾ। ਮੀਡੀਆ ਨੂੰ ਈਵਨ ਅਸੀਂ ਵੀ ਗਏ ਹਾਂ, ਸਾਨੂੰ ਇਹ ਕਿਹਾ ਗਿਆ ਵੀ ਸਰਕਾਰ ਦੀ ਪਾਲਿਸੀ ਹੈ ਵੀ ਜਦੋਂ ਬੰਦੇ ਦੀ ਰਿਟਾਇਰਮੈਂਟ ਹੋਣੀ ਹੋਵੇ ਤੇ ਉਹਨੂੰ ਦੂਜੀ ਜਗ੍ਹਾ ਉਹਦਾ ਬਦਲੀ ਨਹੀਂ ਕੀਤੀ ਜਾਂਦੀ ਕਿਸੇ ਹੋਰ ਜਗ੍ਹਾ ਤੇ। ਅੱਛਾ ਜੀ। ਇਸ ਕਰਕੇ ਮੇਰੇ ਕੋਲ ਸਟੇ ਪ੍ਰਾਪਤ ਹੈ। ਦੋ ਗੱਲਾਂ ਅੱਡ-ਅੱਡ ਹੋ ਗਈਆਂ। ਅਸੀਂ ਜਦੋਂ ਇਸ ਮਾਮਲੇ ਦੀ ਗਹਿਰਾਈ 'ਚ ਪਹੁੰਚੇ, ਇੱਥੇ ਜਲੰਧਰ ਦੇ ਕਿਸੇ ਵੀ ਅਫਸਰ ਨੇ ਕੋਈ ਵੀ ਗੱਲ ਕਰਨ ਤੋਂ ਇਨਕਾਰ ਕਰਤਾ। ਰਵੀ ਜੀ, ਦੋ ਗੱਲਾਂ ਕਰਕੇ ਇਨਕਾਰ ਹੁੰਦਾ, ਜਾਂ ਤੇ ਉਹਨਾਂ ਨੂੰ ਪਤਾ ਨਾ ਹੋਵੇ ਜਾਂ ਕੁਝ ਛਿਪਾ ਰਹੇ ਹੋ। ਸਾਨੂੰ ਇਹ ਥੋੜਾ ਜਿਹਾ ਲੱਗਿਆ ਵੀ ਕੋਈ ਨਾ ਕੋਈ ਗੱਲ ਜ਼ਰੂਰ ਹੈ ਜਿਹਨੂੰ ਛਿਪਾਇਆ ਜਾ ਰਿਹਾ। ਆਫਟਰ ਆਲ ਐਡਾ ਕਿਹੜਾ ਕੁਰਸੀ ਦਾ ਮੋਹ ਸੀ ਵੀ ਜਿਸ ਕਰਕੇ ਸਿਰਫ ਇਸ ਕਰਕੇ ਵੀ ਉਹ ਮਲਾਈਦਾਰ ਸੀਟ ਹੈ, ਉੱਥੋਂ ਦੀ ਪੈਸੇ ਆਉਂਦੇ ਨੇ, ਸਬ ਰਜਿਸਟਰਾਰ ਦੀ ਪੋਸਟ ਹੈ, ਰਜਿਸਟ੍ਰੇਸ਼ਨ ਹੁੰਦੀ ਹੈ ਉੱਥੇ, ਰਜਿਸਟਰੀਆਂ ਉੱਥੋਂ ਜੋ ਉਹਨਾਂ ਦੇ ਐਲੀਗੇਸ਼ਨਸ ਲੱਗਦੇ ਨੇ। ਜਦੋਂ ਆਪਾਂ ਇਹ ਸਾਰੀ ਗਹਿਰਾਈ 'ਚ ਗਏ ਤੇ ਪਤਾ ਲੱਗਿਆ ਬਈ ਐਕਚੁਅਲ ਦੇ ਵਿੱਚ ਉਹਨਾਂ ਦੇ ਕੋਲ ਟਰਾਂਸਫਰ ਨੂੰ ਲੈ ਕੇ ਕਿਸੇ ਵੀ ਕੋਰਟ ਤੋਂ ਕੋਈ ਵੀ ਸਟੇ ਨਹੀਂ ਸੀ। ਦਰਸ਼ਕੋ, ਇਹ ਇੱਕ ਵੱਡੀ ਗੱਲ ਹੈ। ਯਾਨੀ ਕਿ ਜਿਹੜਾ ਇੰਨਾ ਹੰਗਾਮਾ ਹੋਇਆ, ਜਿਹੜੇ ਦਾਅਵੇ ਕੀਤੇ ਜਾ ਰਹੇ ਸੀ ਕਿ ਮੇਰੇ ਕੋਲ ਹਾਈ ਕੋਰਟ ਦਾ ਆਰਡਰ ਹੈ, ਇਸ ਕਰਕੇ ਮੈਂ ਚਾਰਜ ਨਹੀਂ ਦੇਣਾ, ਉਹ ਸਾਰੇ ਖੋਖਲੇ ਸਾਬਿਤ ਹੋਏ। ਮੀਨਸ ਇਟ ਵਾਸ ਅ ਫਰਾਡ। ਰਵੀ ਜੀ, ਇਹ ਸਾਡੀ ਇਨਵੈਸਟੀਗੇਸ਼ਨ ਹੈ। ਅੱਛਾ। ਜਿੱਤੋਂ ਇਹ ਪਤਾ ਚੱਲਦਾ ਹੈਗਾ ਬਈ ਉਹਨਾਂ ਦੇ ਕੋਲ ਚਾਰਜ ਵਾਸਤੇ, ਆਪਣੀ ਮਤਲਬ ਸੀਟ ਵਾਸਤੇ ਬਤੌਰ ਸਬ ਰਜਿਸਟਰਾਰ ਕੋਈ ਵੀ ਉਹਨਾਂ ਕੋਲ ਨਹੀਂ ਸੀ। ਉਹ ਕਿਉਂ? ਉਹਦਾ ਰੀਜ਼ਨ ਹੈ, ਇੱਕ 2019 ਦਾ ਇੱਕ ਆਰਡਰ ਹੈ ਅਸਿਸਟੈਂਟ ਕਮਿਸ਼ਨਰ ਯੂਟੀ ਅੰਮ੍ਰਿਤਸਰ ਦਾ, ਉੱਥੋਂ ਦੇ ਹੀ ਡੀਸੀ ਵਾਸਤੇ। ਉਹਦੇ 'ਚ ਸੀਗਾ ਵੀ ਇੱਕ ਕੰਪਲੇਂਟ ਹੋਈ ਸੀ ਇਹਨਾਂ ਦੇ ਖਿਲਾਫ, ਨਾਇਬ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ ਅੰਮ੍ਰਿਤਸਰ 1 ਦੇ ਵਿੱਚ ਸੀਗੇ, ਠੀਕ ਹੈ, ਜਿਹਦੇ ਵਿੱਚ ਕੀ ਉਹਨਾਂ ਦੇ ਖਿਲਾਫ ਇਹ ਕਿਹਾ ਗਿਆ ਸੀ ਵੀ ਇਹਨਾਂ ਨੇ ਸਰਕਾਰ ਦੇ ਨਾਲ ਫਰਾਡ ਕੀਤਾ, ਧੋਖਾਧੜੀ ਕੀਤੀ ਹੈ, ਤੇ ਇਹਨਾਂ ਦੇ ਖਿਲਾਫ 420, 467, 468, 471 120B ਦੇ ਤਹਿਤ ਇਹਨਾਂ ਨੂੰ ਬਰਖਾਸਤ ਕਰਕੇ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਤੇ ਜਿੰਨੀ ਇਹਨਾਂ ਨੇ ਸੈਲਰੀ ਲਿੱਤੀ ਹੈ, ਯਾਨੀ ਕਿ ਰੈਵਨਿਊ ਜਿਹੜਾ ਸਰਕਾਰ ਦਾ ਸੀਗਾ, ਸਰਕਾਰ ਦਾ ਪੈਸਾ ਸੀ, ਉਹ ਵਾਪਸ ਲਈ ਜਾਵੇ। ਇਹ ਜਿਹੜੀ ਰਵੀ ਜੀ ਇਨਕੁਆਇਰੀ ਸੀਗੀ, ਉੱਥੋਂ ਦੇ ਡੀਸੀ ਸਾਹਿਬ ਕੋਲ ਇੱਕ ਉੱਥੋਂ ਦੇ ਹੀ ਕਾਨੂੰਗੋ ਭੁਪਿੰਦਰ ਸਿੰਘ ਉਹਨਾਂ ਨੇ ਸ਼ਿਕਾਇਤ ਕੀਤੀ, ਜਿਨ੍ਹਾਂ ਤੋਂ ਬਾਅਦ ਉਸ ਵੇਲੇ ਜਿਹੜੇ ਮੌਜੂਦਾ ਡੀਸੀ ਸੀ ਉਹਨਾਂ ਨੇ ਇੱਕ IAS ਆਫੀਸਰ ਜਿਹੜੇ ਅੰਡਰ ਟ੍ਰੇਨਿੰਗ ਸੀਗੇ, ਬਤੌਰ ਅਸਿਸਟੈਂਟ ਕਮਿਸ਼ਨਰ ਅੰਮ੍ਰਿਤਸਰ ਕੰਮ ਕਰ ਰਹੇ ਸੀ, ਉਹਨਾਂ ਨੂੰ ਇੱਕ ਇਹ ਇਨਕੁਆਇਰੀ ਸੌਂਪੀ। ਉਹਨਾਂ ਨੇ ਆਪਣੀ ਇਨਕੁਆਇਰੀ ਦੇ ਵਿੱਚ ਜੋ ਗੱਲਾਂ ਕਲੀਅਰ ਕੀਤੀਆਂ, ਪਹਿਲੀ ਗੱਲ ਤੇ ਇਹ ਹੈ ਵੀ ਉਹਦੇ 'ਚ ਉਹਨਾਂ ਨੇ ਕਲੀਅਰ ਕੀਤਾ ਹੈ ਵੀ 12/8/1983 ਨੂੰ ਲਖਵਿੰਦਰਪਾਲ ਸਿੰਘ ਗਿੱਲ ਵਾਸ ਅਪਾਇੰਟਡ ਐਜ਼ ਪਟਵਾਰੀ ਇਨ ਅੰਮ੍ਰਿਤਸਰ ਡਿਸਟ੍ਰਿਕਟ। ਓਕੇ, ਐਟ ਦੈਟ ਟਾਈਮ ਹੀ ਵਾਸ ਪਟਵਾਰੀ। ਯੈਸ। 30/5/1999 89 ਡੈਥ ਆਫ ਮਦਰ ਆਫ ਸ਼੍ਰੀ ਲਖਵਿੰਦਰਪਾਲ ਸਿੰਘ ਗਿੱਲ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਸਰਕਾਰੀ ਟੀਚਰ ਸੀਗੇ, ਸਰਕਾਰੀ ਨੌਕਰੀ ਸੀਗੇ। 19/8/1999 ਦੇ ਵਿੱਚ ਐਫੀਡੇਵਿਟ ਦਿੱਤਾ ਲਖਵਿੰਦਰਪਾਲ ਸਿੰਘ ਗਿੱਲ ਨੇ ਕੰਪੈਸ਼ਨੇਟ ਗਰਾਊਂਡ ਤੇ ਆਪਣੇ ਰੀਅਲ ਬ੍ਰਦਰ ਹਰਮਿੰਦਰਪਾਲ ਸਿੰਘ ਨੂੰ ਨੌਕਰੀ ਦੇਣ ਵਾਸਤੇ ਆਪਣੀ ਸਹਿਮਤੀ ਦਿੱਤੀ। ਉਸ ਤੋਂ ਬਾਅਦ 12/12/1999 ਚ ਆਰਡਰ ਹੋ ਗਿਆ ਹਰਮਿੰਦਰਪਾਲ ਸਿੰਘ ਗਿੱਲ ਦਾ ਕੰਪੈਸ਼ਨੇਟ ਗਰਾਊਂਡ ਦੇ ਉੱਪਰ, ਜੋ ਸਰਕਾਰ ਦੀ ਇੱਕ ਪਾਲਿਸੀ ਹੈ ਜੀ, ਅਗਰ ਕੋਈ ਸਰਕਾਰੀ ਨੌਕਰੀ ਦੇ ਵਿੱਚ ਆਦਮੀ ਔਨ ਡਿਊਟੀ ਬਤੌਰ ਆਪਣੀ ਰਿਟਾਇਰਮੈਂਟ ਤੋਂ ਪਹਿਲੇ ਅਗਰ ਕੋਈ ਡੈਥ ਹੋ ਜਾਂਦੀ ਹੈ ਤੇ ਸਰਕਾਰ ਤਰਸ ਦੇ ਆਧਾਰ ਤੇ ਉਹਨਾਂ ਦੇ ਪਰਿਵਾਰ ਦੇ ਕਿਸੇ ਇੱਕ ਸਦੱਸਿਆ ਨੂੰ ਸਰਕਾਰੀ ਨੌਕਰੀ ਦਿੰਦੀ ਹੈ। 3/8/1990 ਨੂੰ ਐਪਲੀਕੇਸ਼ਨ ਫॉर ਪੋਸਟ ਆਫ ਕਾਨੂੰਗੋ ਬਾਈ ਸ਼੍ਰੀ ਲਖਵਿੰਦਰਪਾਲ ਸਿੰਘ ਗਿੱਲ ਐਟ DC ਆਫਿਸ ਕਪੂਰਥਲਾ, ਯਾਨੀ ਕਿ
30/8/1990 ਨੂੰ ਲਖਵਿੰਦਰਪਾਲ ਸਿੰਘ ਗਿੱਲ ਨੇ ਕਪੂਰਥਲਾ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਬਤੌਰ ਕਾਨੂੰਗੋ ਪੋਸਟਿੰਗ ਲਈ ਆਪਣੀ ਇੱਕ ਐਪਲੀਕੇਸ਼ਨ ਦਿੱਤੀ। 26/11/1990 ਨੂੰ ਐਪਲੀਕੇਸ਼ਨ ਫॉर ਰੈਜ਼ਿਗਨੇਸ਼ਨ ਫਰੋਮ ਦ ਪੋਸਟ ਆਫ ਪਟਵਾਰੀ ਲਖਵਿੰਦਰਪਾਲ ਸਿੰਘ ਗਿੱਲ ਨੇ ਆਪਣੀ ਦੇ ਦਿੱਤੀ 26/11/1990 ਨੂੰ। 5/12/1990 ਨੂੰ ਡੇਟ ਆਫ ਰਿਲੀਵਿੰਗ ਐਜ਼ ਪਟਵਾਰੀ ਹੋ ਗਏ। 30/11/1990 ਲੈਟਰ ਫਰੋਮ ਗਵਰਨਮੈਂਟ ਆਫ ਪੰਜਾਬ ਟੂ ਡੀਸੀ ਕਪੂਰਥਲਾ ਫॉर ਐਡਜਸਟਮੈਂਟ ਆਫ ਲਖਵਿੰਦਰਪਾਲ ਸਿੰਘ ਗਿੱਲ ਕਾਨੂੰਗੋ ਆਫ ਪ੍ਰਾਇਰਟੀ ਬੇਸਿਸ। ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਚ ਦੱਸਦਾ। ਬ੍ਰਦਰ ਨੂੰ ਨੌਕਰੀ ਨਹੀਂ ਮਿਲੀ? ਬ੍ਰਦਰ ਪਹਿਲੇ ਮਿਲ ਗਈ ਸੀਗੀ ਜੀ। ਬ੍ਰਦਰ ਨੂੰ ਇਹਨਾਂ ਦੀ ਨੌਕਰੀ 19 ਅਗਸਤ 1999 ਕੰਪੈਸ਼ਨਲ ਗਰਾਊਂਡ। ਉਸ ਤੋਂ ਬਾਅਦ ਇਹਨਾਂ ਨੇ ਫੈਕਟ ਕੰਸੀਲ ਕਰਦੇ ਹੋਏ ਜੋ ਇਸ ਕਾਗਜ਼ਾਂ ਦੇ ਹਿਸਾਬ ਦੇ ਨਾਲ, ਮੈਂ ਕੋਈ ਵੀ ਗੱਲ ਆਪਣੇ ਵੱਲੋਂ ਨਹੀਂ ਕਹਿ ਰਿਹਾ ਬਈ, ਉਹਦੇ 'ਚ ਇਹ ਕਿਹਾ ਗਿਆ ਵੀ ਇਹਨਾਂ ਨੇ ਆਪਣੀ ਪਟਵਾਰੀ ਦੀ ਪੋਸਟ ਤੋਂ ਰਿਜ਼ਾਈਨ ਕਰ ਦਿੱਤਾ 1990 ਚ। 1990 ਦੇ ਵਿੱਚ ਹੀ ਇਹਨਾਂ ਨੇ ਡੀਸੀ ਆਫਿਸ ਕਪੂਰਥਲਾ ਦੇ ਵਿੱਚ ਕੰਪੈਸ਼ਨੇਟ ਗਰਾਊਂਡ ਦੇ ਉੱਪਰ ਬਤੌਰ ਕਾਨੂੰਗੋ ਭਰਤੀ ਲਈ ਆਪਣੀ ਇੱਕ ਅਪਲਾਈ ਕਰ ਦਿੱਤਾ, ਜਿਹਦੇ ਵਿੱਚ ਕਿ 1990 ਨੂੰ ਹੀ ਗਵਰਨਮੈਂਟ ਆਫ ਪੰਜਾਬ ਵੱਲੋਂ ਆਰਡਰ ਹੋ ਗਿਆ। 28/12/1990 ਨੂੰ ਲਖਵਿੰਦਰਪਾਲ ਸਿੰਘ ਗਿੱਲ ਹੋਣਾ ਦੀ ਐਜ਼ ਏ ਕਾਨੂੰਗੋ ਉਹਨਾਂ ਦੀ ਅਪਾਇੰਟਮੈਂਟ ਹੋ ਗਈ ਕਪੂਰਥਲਾ 'ਚ। ਇਹ ਇੱਕ ਆਪਣੇ ਆਪ 'ਚ ਮਤਲਬ ਜਿਹੜੀ ਉਹਨਾਂ ਨੇ ਫਾਈਂਡਿੰਗ ਆਫ ਇਨਕੁਆਇਰੀਜ਼ ਦਿੱਤੀਆਂ। ਠੀਕ ਹੈ। ਇਹਦੇ 'ਚ ਉਹਨਾਂ ਨੇ ਕਲੀਅਰ ਲਿਖਿਆ ਇਨ ਦੀ ਲਾਈਟ ਆਫ ਅਬਵ ਫਾਈਂਡਿੰਗਸ ਇਟ ਇਜ਼ ਕਲੀਅਰ ਦੈਟ ਰਿਸਪੋਂਡੈਂਟ ਹੂ ਆਲਰੇਡੀ ਹੈਡ ਗਿਵਨ ਦਾ ਐਫੀਡੇਵਿਟ ਡੇਟਡ 19/8/1999 expressing no objection for the job of his younger brother on compassionate ground after the appointment his brother is used the same compassionate ground policy for his own appointment as kanun go is violation of policy as in the case of death of one person only one of his or her dependent family member can claim for job on compassionate ground। ਇਹ ਮੇਰਾ ਇੱਕ ਸਵਾਲ ਹੈ, ਮੇਰੀ क्यूरियोसिटी है कि क्या ये इंक्वायरी कदों हुई है, डेट क्या है सर? ये ਜਿਹੜੀ ਰਿਪੋर्ट है 25/11/2019 ਦੀ ਹੈ ਜੀ। ओ माय गॉड, इतने टाइम बाद ये जांच खुली है जी। ਉਹ ਵੀ ਇੱਕ ਕਾਨੂੰਗੋ ਦੀ ਸ਼ਿਕਾਇਤ ਤੋਂ ਬਾਅਦ। ਠੀਕ ਹੈ ਜੀ। ਇੱਕ ਹੋਰ ਇਹਦੇ ਚ ਉਹਨਾਂ ਨੇ ਲਿਖਿਆ ਸੈਕੰਡਲੀ ਇਟ ਇਜ਼ ਆਲਸੋ ਕਮਸ ਬਿਫੋਰ ਦਿਸ ਆਫਿਸ ਡਿਊਰਿੰਗ ਇਨਕੁਆਇਰੀ ਦੈਟ ਰਿਸਪੋਂਡੈਂਟ ਸ਼੍ਰੀ ਲਖਵਿੰਦਰਪਾਲ ਸਿੰਘ ਵਾਸ ਆਲਰੇਡੀ ਵਰਕਿੰਗ ਐਜ਼ ਪਟਵਾਰੀ ਐਟ ਦ ਟਾਈਮ ਆਫ ਡੈਥ ਆਫ ਹਿਸ ਮਦਰ ਐਂਡ ਹੈਂਸ ਵਾਸ ਨਾਟ ਡਿਪੈਂਡੈਂਟ। ठीक है, therefore not eligible for job compassionate ground। ठीक है, ऑलरेडी काम कर रहा था। फिर उन्होंने अपनी ਜਿਹੜੀ ਫਾਈਂਡਿੰਗ ਦਿੱਤੀ, ਇੱਕ ਆਈਐਸ ਅਫਸਰ ਨੇ ਜਿਹੜੀ ਆਪਣੀ ਫਾਈਂਡਿੰਗ ਦਿੱਤੀ ਹੈ 2019 ਚ, ਉਹ ਲਿਖਿਆ there was no basis for the appointment on compassionate ground for Shri Lakhvinderpal Singh Gill as Kanungo as he same had been used by his younger brother Shri Harminderpal Singh with the consent after the death of their mother which was known to Lakhvinderpal Singh Gill as he himself gave the affidavit so that his brother can get the job। ਸਭ ਤੋਂ ਵੱਡੀ ਗੱਲ ਇਹਨਾਂ ਨੇ ਕੀ ਲਿਖਿਆ ਵੀ ਇਹ ਨਹੀਂ ਲਖਵਿੰਦਰਪਾਲ ਸਿੰਘ ਉਹ ਨਹੀਂ ਕਹਿ ਸਕਦੇ ਵੀ ਮੈਨੂੰ ਆਪਣੇ ਭਰਾ ਦੀ ਨੌਕਰੀ ਕੰਪੈਸ਼ਨੇਟ ਗਰਾਊਂਡ ਤੇ ਲੈਣ ਦਾ ਪਤਾ ਨਹੀਂ ਸੀ ਕਿਉਂਕਿ ਉਹਨਾਂ ਨੇ ਖੁਦ ਐਫੀਡੇਵਿਟ ਦਿੱਤਾ ਹੈ। ਯੈਸ ਯੈਸ ਯੈਸ। ਫਿਰ ਦੂਜਾ ਪੁਆਇੰਟ ਉਹ ਲਿਖਿਆ ਸ਼੍ਰੀ ਲਖਵਿੰਦਰਪਾਲ ਸਿੰਘ ਗਿੱਲ ਵਾਸ ਨਾਟ ਅ ਡਿਪੈਂਡੈਂਟ ਐਟ ਦੀ ਟਾਈਮ ਆਫ ਡੈਥ ਆਫ ਹਿਸ ਮਦਰ ਐਜ਼ ਹੀ ਵਾਸ ਆਲਰੇਡੀ ਵਰਕਿੰਗ ਐਜ਼ ਪਟਵਾਰੀ। नहीं पटवारी तो पटवारी तो क्या था? नहीं मैं ਦੱਸਦਾ ਨਾ ਤੁਹਾਨੂੰ ਸਰ, ਇੱਕ ਤੇ ਸੀਨੀਅਰ ਪੋਸਟ ਹੈ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਲਦੀ ਪ੍ਰਮੋਸ਼ਨ ਨੈਬ ਤਹਿਸੀਲਦਾਰ ਪ੍ਰਮੋਸ਼ਨ ਵੀ ਹੋ ਜਾਂਦੀ ਹੈ। Both the above finding are violation policy for the job on the basis of compassionate ground. This office submits a report for your London consideration and the further action in the given matter। ਹੁਣ ਇਹ ਲਗਭਗ 1.5 ਸਾਲ ਹੋ ਚੁੱਕਾ ਦਰਸ਼ਕੋ। ਇਹ ਤਾਂ ਇੱਕ ਮਤਲਬ ਹਿਲਾਣ ਵਾਲੀ ਗੱਲ ਹੈ। ਆਪਾਂ ਕਦੇ ਸੁਣਦੇ ਨਾ ਕਿ ਕਿਵੇਂ ਮੁਰਦਾ ਆ ਜਾਂਦਾ ਅਦਾਲਤ 'ਚ ਕਹਿੰਦਾ ਜੀ ਕਿ ਮੈਂ ਜਿੰਦਾ ਹਾਂ ਜੀ, ਦੇਖੋ ਮੇਰੇ ਘਰ ਵਾਲੀ ਮੇਰੇ ਨਾਮ ਮੇਰੀ ਪੈਨਸ਼ਨ ਲੈ ਰਹੀ ਹੈ। ਮਤਲਬ ਇਹਦੇ ਕਈ ਗੱਲਾਂ ਹੁੰਦੀਆਂ ਹੈ। ਇਹ ਤਾਂ ਇਹ ਵੀ ਗੜਿਆ ਮੁਰਦਾ ਹੀ ਹੈ। 30 ਸਾਲ ਪਹਿਲਾਂ ਔਰ 30 ਸਾਲ ਇਤਨੀ ਨੌਕਰੀ ਕੀਤੀ ਹੋਣੀ। ਔਰ I'm not saying this but ਤੁਹਾਨੂੰ ਪਤਾ ਹੀ ਨਾ ਕੁਛ ਨਹੀਂ ਹੈ ਤੇ ਕੀ ਹੁੰਦਾ ਹੈ। ਰਵੀ ਜੀ, ਇੱਕ ਬੜੀ ਹੈਰਾਨੀ ਵਾਲੀ ਗੱਲ ਹੈ, ਅਸੀਂ ਵੀ ਜਦੋਂ ਇਹ ਇੱਥੇ ਚਾਰਜ ਲੈ ਕੇ ਆਏ ਸੀ ਬਤੌਰ ਸਬ ਰਜਿਸਟਰਾਰ 2, ਜਦੋਂ ਹਰ ਪੱਤਰਕਾਰ ਮਿਲਦਾ ਨਵੇਂ ਅਫਸਰ ਨੂੰ ਗੱਲਬਾਤ ਹੁੰਦੀ ਹੈ, ਅਸੀਂ ਪੁੱਛਦੇ ਹਾਂ ਵੀ ਸਰ ਤੁਸੀਂ ਕਦੋਂ ਆਪਣੀ ਡਿਊਟੀ ਜੁਆਇਨ ਕੀਤੀ? ਉਹਨਾਂ ਨੇ ਕਿਹਾ ਮੈਂ ਐਜ਼ ਏ 1990 ਚ ਐਜ਼ ਏ ਕਾਨੂੰਨ ਕੋ ਜੁਆਇਨ ਕੀਤੀ। ਪਟਵਾਰੀ ਵਾਲੀ ਗੱਲ ਉਹਨਾਂ ਨੇ ਹਰ ਬੰਦੇ ਕੁਝ ਪਾ ਕੇ ਰੱਖੀ। ਅਗਰ ਉਹਨਾਂ ਦੇ ਮਨ 'ਚ ਕੋਈ ਵੀ ਪਾਪ ਨਹੀਂ ਸੀ, ਕੋਈ ਵੀ ਉਹ ਛਿਪਾਣਾ ਨਹੀਂ ਸੀ ਚਾਹੁੰਦੇ, ਉਹਨਾਂ ਨੂੰ ਦੱਸਣਾ ਚਾਹੀਦਾ ਸੀ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਬਈ ਅਗਰ ਉਹਨਾਂ ਦੇ ਖਿਲਾਫ ਕੋਈ ਇਨਕੁਆਇਰੀ ਚੱਲ ਰਹੀ ਸੀ, ਉਹ ਖੁੱਲੀ ਕਿਤਾਬ ਹੈ, ਅਗਰ ਉਹ ਸਹੀ ਹੈਗੇ ਨੇ ਤੇ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਅਗਰ ਗਲਤ ਸ਼ਿਕਾਇਤ ਹੈ, ਝੂਠੀ ਸ਼ਿਕਾਇਤ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਕੋਈ ਚੱਕਰ ਨਹੀਂ ਹੈਗਾ।
ਉਹਦੇ ਇਸ ਚੀਜ਼ ਦੇ ਵਿੱਚ ਜਿਹੜੀ ਇਹਨਾਂ ਨੂੰ ਬਕਾਇਦਾ ਸਰਕਾਰ ਵੱਲੋਂ ਚਾਰਜ ਸ਼ੀਟ ਵੀ ਜਾਰੀ ਹੋਈ। ਉਸੇ ਚਾਰਜ ਸ਼ੀਟ ਦੇ ਅਗੇਂਸਟ ਇਹ ਮਾਨਯੋਗ ਅਦਾਲਤ ਦੇ ਵਿੱਚ ਗਏ, ਜਿੱਥੋਂ ਕਿ ਇਹਨਾਂ ਨੂੰ ਸਟੇਟਸ ਕੋ ਮਿਲਿਆ ਵੀ ਜੋ ਜਿੱਦਾਂ ਦੀ ਸਥਿਤੀ ਹੈ ਉਹ ਬਹਾਲ ਰਹੇ, ਇਹਨਾਂ ਦੀ ਗੱਲ ਵੀ ਸੁਣੀ ਜਾਵੇ, ਇਹਨਾਂ ਦੀ ਵੀ ਗੱਲ ਜਿਹੜੀ ਪੱਖ ਰੱਖਿਆ ਜਾਵੇ, ਸਾਰੇ ਫੈਕਟਸ ਨੂੰ ਰੀਕਨਸੀਡਰ ਕੀਤਾ ਜਾਵੇ ਵੀ ਕਿਤੇ ਇਹ ਮਤਲਬ ਜਿਹੜੀ ਇਹਨਾਂ ਦੇ ਖਿਲਾਫ ਗੱਲ ਆ ਰਹੀ ਹੈ ਕਿਆ ਉਹ ਸਹੀ ਹੈ ਜਾਂ ਗਲਤ ਹੈ। ਉਹ ਹਰ ਬੰਦੇ ਦੇ ਕੋਲ ਰਾਈਟ ਹੈ, ਲੀਗਲ ਰਾਈਟ ਹੈ, ਅਗਰ ਕੋਈ ਗੱਲ ਉਹਦੇ ਖਿਲਾਫ ਕੋਈ ਆਉਂਦੀ ਹੈ ਉਹਨੂੰ ਉਸ ਚੀਜ਼ ਬਾਰੇ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਰਾਈਟ ਹੈ। क्या हाले भी मामला कोर्ट च ਸਰ ਇਸ ਵੇਲੇ ਮਾਮਲਾ ਦੇਖੋ ਕੋਰਟ 'ਚ ਉਹਦਾ ਸਟੇਟਸ ਕੋ ਮਿਲ ਗਿਆ ਸੀਗਾ, मिल गया था। ਉਸ ਤੋਂ ਬਾਅਦ ਕੀ ਹੋਇਆ ਜੀ, ਇਹ ਜਿਹੜੀ ਇਨਕੁਆਇਰੀ ਸੀ ਨਾ ਜੀ, ਜਦੋਂ ਇਹਨਾਂ ਨੇ ਆਪਣਾ ਕਿਉਂਕਿ ਬੇਸਿਕਲੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਕੋਈ ਵੀ ਕਾਨੂੰਨਗੋ ਜਾਂ ਕੋਈ ਵੀ ਇੱਦਾਂ ਰੈਵਨਿਊ ਅਫਸਰ ਜਿਹੜੇ ਹੈਗੇ ਨੇ ਉਹਨਾਂ ਨੂੰ ਡਿਸਮਿਸ ਕਰਨ ਦੀ ਜਾਂ ਉਹਨਾਂ ਨੂੰ ਕੋਈ ਸਜ਼ਾ ਦੇਣ ਦੀ ਡਾਇਰੈਕਟ ਪਾਵਰ ਜਿਹੜੀ ਹੈ ਡੀਸੀ ਕੋ ਵੀ ਨਹੀਂ ਹੈਗੀ। ਐਫਸੀਆਰ ਦੇ ਅੰਡਰ ਆਉਂਦੇ ਆ, ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਦੇ ਅੰਡਰ ਆਉਂਦੇ ਨੇ ਸਾਰੇ, ਜਿਹੜੇ ਕਿ ਇਹਨਾਂ ਦੇ ਹਾਈਐਸਟ ਜਿਹੜੇ ਹਾਇਰਾਰਕੀ 'ਚ ਬੌਸ ਹੁੰਦੇ ਨੇ ਪੰਜਾਬ ਲੈਵਲ ਤੇ ਉੱਪਰ, ਸਟੇਟ ਲੈਵਲ ਦੇ ਉੱਪਰ ਸੀਨੀਅਰ ਆਈਐਸ ਅਫਸਰ। जी जी जी। ਉਸ ਤੋਂ ਪਹਿਲੇ ਕੀ ਹੋਇਆ ਵੀ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਜਲੰਧਰ ਜਿਹੜੇ ਨੇ ਉਹਨਾਂ ਦੇ ਅੰਦਰ ਅੰਮ੍ਰਿਤਸਰ ਡਿਵੀਜ਼ਨ, ਜਲੰਧਰ ਡਿਵੀਜ਼ਨ ਦੇ ਅੰਦਰ ਅੰਮ੍ਰਿਤਸਰ ਆਉਂਦਾ ਹੈ ਜ਼ਿਲ੍ਹਾ, ਉਹ ਇਨਕੁਆਇਰੀ ਇੱਥੇ ਆ ਗਈ ਜਲੰਧਰ ਡਿਵੀਜ਼ਨ 'ਚ, ਉੱਥੋਂ ਵੀ ਸਾਰੀ ਫਾਈਂਡਿੰਗਸ ਹੋਈਆਂ। ਲੇਕਿਨ ਉਹਨਾਂ ਨੇ ਇਸ ਦੌਰਾਨ ਜੋ ਸੂਤਰਾਂ ਦਾ ਕਹਿਣਾ ਹੈ ਵੀ ਕਿਉਂਕਿ ਨਾ ਇਹ ਬੇਸਿਕਲੀ 4 ਭਰਾ ਨੇ ਜੀ, ਲਖਵਿੰਦਰਪਾਲ ਸਿੰਘ ਗਿੱਲ ਹੋਣੀ ਸਭ ਤੋਂ ਛੋਟੇ, ਜਿਨ੍ਹਾਂ ਬਾਰੇ ਦੱਸਿਆ ਜਾਂਦਾ ਵੀ ਐਗਰੀਕਲਚਰ ਡਿਪਾਰਟਮੈਂਟ ਚਲੇ ਗਏ, ਇਹ ਰੈਵਨਿਊ 'ਚ ਆ ਗਏ। ਇੱਕ ਬ੍ਰਦਰ ਇਹਨਾਂ ਦੇ ਪੁਲਿਸ 'ਚ ਹੈਗੇ ਨੇ, ਔਰ ਇੱਕ ਬ੍ਰਦਰ ਇਹਨਾਂ ਦੇ ਜਿਹੜੇ ਵੱਡੇ ਨੇ ਉਹ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਨੇ ਪੁਰਾਣਾ ਸ਼ੁਰੂ ਤੋਂ। अच्छा ठीक है, नहीं एक था दो रेवेन्यू डिपार्टमेंट से आगे, ਇੱਕ ਰੈਵਨਿਊ 'ਚ ਇੱਕ ਰੈਵਨਿਊ 'ਚ ਆਪ ਖੁਦ, ਕਿਉਂਕਿ ਆਪ ਹੀ ਇਹ ਪਟਵਾਰੀ ਸੀ ਤੇ ਆਪ ਹੀ ਕਾਨੂੰਨ ਗੋ ਇਹਨਾਂ ਨੇ ਆਪਣੀ ਹੀ ਪਹਿਲੇ ਉਹ ਦਿੱਤੀ ਨਾ ਜੀ। ਇੱਕ ਬ੍ਰਦਰ ਐਗਰੀਕਲਚਰ ਚਲੇ ਗਏ, ਅੱਛਾ, ਜਿਨ੍ਹਾਂ ਦੀ ਪਹਿਲੇ ਪੋਸਟਿੰਗ ਹੋ ਗਈ ਸੀ। ਇੱਕ ਬ੍ਰਦਰ ਇਹਨਾਂ ਦੇ ਪੁਲਿਸ ਦੇ ਵਿੱਚ ਭਰਤੀ ਹੋਏ ਸੀਗੇ, ਜਿਹੜੇ ਕਿ ਕਾਫੀ ਦੇਰ ਇੱਕ ਕਾਂਗਰਸ ਦੇ ਮੰਤਰੀ ਨਾਲ ਰਹੇ। ਉਹਨਾਂ ਮੰਤਰੀ ਦੀ ਹੀ ਸਿਫਾਰਿਸ਼ ਦੇ ਕਰਕੇ ਇਹ ਕਾਫੀ ਲੋਕਾਂ ਤੇ ਆਪਣਾ ਇੰਪ੍ਰੈਸ਼ਨ ਬਣਾ ਕੇ ਰੱਖਿਆ ਇਹਨਾਂ ਨੇ, ਕਾਫੀਆਂ ਦੇ ਵਿੱਚ ਚੀਜ਼ਾਂ ਚੋਂ ਇਹ ਨਿਕਲਦੇ ਰਹੇ ਜੋ ਲੋਕਾਂ ਦਾ ਕਹਿਣਾ ਹੈ। ਮਤਲਬ ਇਟ ਇਜ਼ ਨਾਟ ਲਾਈਕ ਦਿਸ, ਥੀਸ ਆਰ ਦ ਐਲੀਗੇਸ਼ਨਸ, ਥੀਸ ਮਾਈਟ ਬੀ ਰਾਈਟ ਔਰ ਥੀਸ ਮਾਈਟ ਬੀ ਰੋਂਗ ਆਲਸੋ। ਅਸੀਂ ਜਦੋਂ ਇਹਦੀ ਪੜਤਾਲ ਕੀਤੀ ਤੇ ਪਤਾ ਚੱਲਿਆ ਵੀ ਕਿਉਂਕਿ ਡਿਵੀਜ਼ਨਲ ਕਮਿਸ਼ਨਰ ਨੇ ਜਦੋਂ ਇਹ ਦੇਖਿਆ ਵੀ ਇਹ ਮਾਮਲਾ ਜਿਹੜਾ ਸੈਂਸਿਟਿਵ ਮਾਮਲਾ ਹੈ ਔਰ ਕੋਰਟ ਵੀ ਇਹਦੇ 'ਚ ਇਨਵੋਲਵ ਹੋ ਗਈ ਹੈ, ਫਿਰ ਉਹਨਾਂ ਨੇ ਬਿਹਤਰ ਸਮਝਿਆ ਵੀ ਉਹਨੂੰ ਐਫਸੀਆਰ ਦੇ ਕੋਲ ਭੇਜਤਾ ਜਾਏ। ਐਫਸੀਆਰ ਦੇ ਕੋਲ ਹਾਲੇ ਵੀ ਇਹ ਮਾਮਲਾ ਵਿਚਾਰਾਧੀਨ ਹੈ। ਰਿਟਾਇਰਮੈਂਟ ਤੇ ਬੈਠੇ ਭਾਈ ਸਾਹਿਬ। ਹਾਂਜੀ, ਇਹਨਾਂ ਦੀ ਰਿਟਾਇਰਮੈਂਟ ਕੁਝ ਮਹੀਨਿਆਂ ਤੱਕ ਡਿਊ ਹੈ ਜੀ। ਜੋ ਸਾਨੂੰ ਪਤਾ ਲੱਗਿਆ ਵੀ ਉਹ ਕਿਸੇ ਤਰੀਕੇ ਚਾਹੁੰਦੇ ਵੀ ਇਹਨਾਂ ਦੀ ਰਿਟਾਇਰਮੈਂਟ ਵਾਲਾ ਪੀਰੀਅਡ ਨਿਕਲ ਜਾਏ, ਯਾਨੀ ਰਿਟਾਇਰ ਹੋ ਜਾਣ ਤੇ ਬਾਅਦ 'ਚੋਂ ਆਪਣਾ ਕੰਮ ਚੱਲਦਾ ਰਹੇ ਤਾਂ ਜੋ ਇਹਨਾਂ ਦੀ ਨੌਕਰੀ ਦੀ ਖਰਾਬੀ ਨਾ ਆਏ। ਲੇਕਿਨ ਰਵੀ ਜੀ, ਇਹ ਐਲੀਗੇਸ਼ਨਸ ਚਾਹੇ ਸੱਚੇ ਨੇ ਚਾਹੇ ਝੂਠੇ ਨੇ, ਲੇਕਿਨ ਬਹੁਤ ਸੀਰੀਅਸ ਐਲੀਗੇਸ਼ਨਸ ਹੈ। ਕਿਉਂਕਿ ਪੰਜਾਬ ਸਰਕਾਰ ਜਿਹੜਾ ਵੀ ਅਗਰ ਤਨਖਾਹ ਦਿੰਦੀ ਕਿਸੇ ਮੁਲਾਜ਼ਮ ਨੂੰ, ਉਹ ਆਮ ਜਨਤਾ ਦਾ ਖੂਨ ਪਸੀਨੇ ਦੀ ਗਾੜੀ ਕਮਾਈ ਦੇ ਟੈਕਸਿਸ ਦਾ ਪੈਸਾ ਹੈ। ਅਗਰ ਉਸ ਪੈਸੇ ਦੀ ਕੋਈ ਬੰਦਾ ਧੋਖਾਧੜੀ ਕਰ ਰਿਹਾ ਹੈ, ਗਲਤ ਢੰਗ ਨਾਲ ਲੈ ਰਿਹਾ ਹੈ, ਅਗਰ ਇਹ ਸੱਚ ਹੈ, ਵਾਕਈ ਸੱਚ ਹੈ ਵੀ ਇਹਨਾਂ ਨੇ ਕੰਪੈਸ਼ਨੇਟ ਗਰਾਊਂਡ ਦੇ ਉੱਪਰ ਝੂਠੀ ਗਰਾਊਂਡ ਬਣਾ ਕੇ ਇਹਨਾਂ ਨੇ ਅਪਲਾਈ ਕੀਤਾ ਔਰ ਨੌਕਰੀ ਲੈ ਲਈ, ਔਰ ਜਦ ਕਿ ਉਹਦਾ ਉਹ ਬੈਨੀਫਿਟ, ਉਸੇ ਚੀਜ਼ ਦਾ ਕੰਪੈਸ਼ਨੇਟ ਗਰਾਊਂਡ ਦਾ ਬੈਨੀਫਿਟ ਆਪਣੀ ਮਦਰ ਦਾ ਉਹ ਉਹਦੇ ਬ੍ਰਦਰ ਨੂੰ ਦਵਾ ਚੁੱਕੇ ਸੀ, ਫਿਰ ਇਹਦਾ ਮਤਲਬ ਸਿੱਧਾ ਹੀ 420 ਧੋਖਾਧੜੀ ਕੀਤੀ ਇਹਨਾਂ ਨੇ ਸਰਕਾਰ ਦੇ ਨਾਲ, ਜਨਤਾ ਦੇ ਨਾਲ। ਔਰ ਅਗਰ ਇਹ ਵਾਕਈ ਇਸ ਸਾਰੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਂਦੇ ਆ ਰਵੀ ਜੀ, ਇਹਨਾਂ ਦੇ ਖਿਲਾਫ ਵਾਕਈ ਕ੍ਰਿਮੀਨਲ ਪਰਚਾ ਦਰਜ ਹੋ ਸਕਦਾ ਹੈ, ਸਜ਼ਾ ਵੀ ਹੋ ਸਕਦੀ ਹੈ। ਔਰ ਜਿੰਨੀ ਇਹਨਾਂ ਨੇ 1990 ਤੋਂ ਲੈ ਕੇ ਅੱਜ ਤੱਕ ਜਿੰਨੇ ਇਹਨਾਂ ਨੇ ਪੈਸੇ ਬਤੌਰ ਸੈਲਰੀ ਲਿੱਤੇ ਆ, ਸਾਰੇ ਦੇ ਸਾਰੇ ਇਹਨਾਂ ਨੂੰ ਵਾਪਸ ਕਰਨੇ ਪੈਣਗੇ। ਉਹਦੀ ਰਿਕਵਰੀ ਵੀ ਸਰਕਾਰ ਜਿਹੜੀ ਹੈ ਇਨੀਸ਼ੀਏਟ ਕਰ ਸਕਦੀ ਹੈ। ਦਿਸ ਇਜ਼ ਨਾਟ ਅ ਸਮਾਲ ਮੈਟਰ, ਦਿਸ ਇਜ਼ ਅ ਵੈਰੀ ਬਿਗ ਮੈਟਰ। ਇਹਦੇ ਨਾਲ ਰਵੀ ਜੀ ਜਿਹੜੀ ਇੱਕ ਚੀਜ਼ ਹੋਰ ਹੈ, ਇਹ ਤਾਂ ਇੱਕ ਮੈਟਰ ਹੈਗਾ ਹੀ ਆ ਵੱਡਾ, ਇੱਕ ਚੀਜ਼ ਹੋਰ ਦੱਸੋ, ਅਗਰ ਤੁਹਾਡੇ ਕੋਲ ਸਟੇ ਨਹੀਂ ਸੀ ਤੇ ਤੁਸੀਂ ਆਪਣੇ ਜਿਹੜੇ ਬੌਸ ਇੱਥੇ ਜਲੰਧਰ ਦੇ ਲੋਕਲ ਬੌਸ ਸੀ, ਡੀਸੀ ਦੇਖੋ ਇੱਕ ਚੀਜ਼ ਆਪਣੇ ਅਧਿਕਾਰੀਆਂ ਦੇ ਉੱਪਰ ਵਿਸ਼ਵਾਸ ਕਰਦੇ ਨੇ। ਉਹਨਾਂ ਕੋਈ ਵੀ ਆਈਐਸ ਅਫਸਰ ਇਹ ਨਹੀਂ ਸੋਚਦੇ ਵੀ ਮੇਰੇ ਜਿਹੜੇ ਥੱਲੇ ਕੰਮ ਕਰ ਰਿਹਾ ਅਧਿਕਾਰੀ ਉਹ ਮੈਨੂੰ ਮਿਸਲੈਡ ਕਰੇਗਾ ਜਾਂ ਮਤਲਬ ਮੇਰੇ ਨਾਲ ਗਲਤ ਕਹਿ ਸਕਦਾ ਹੈ। ਉਹਨਾਂ ਨੇ ਡੀਏ ਲੀਗਲ ਦੀ ਰਾਏ ਮੰਗੀ, ਉਹਨਾਂ ਦਾ ਸੋਚਣਾ ਬਹੁਤ ਸਹੀ ਸੀ, ਕਿਉਂਕਿ ਉਹਨਾਂ ਨੇ ਸੋਚਿਆ ਵੀ ਇਹ ਲੀਗਲ ਮੈਟਰ ਹੈ, ਲੀਗਲ ਮੈਟਰ ਦੇ ਵਿੱਚ ਲੀਗਲ ਰਾਏ ਲੈਣੀ ਜ਼ਰੂਰੀ ਹੈ। ਕਾਗਜ਼ੀ ਚੱਲਦੇ ਆਪਾਂ, ਹਾਂ, ਕੋਈ ਗਲਤ ਡਿਸੀਜਨ ਨਹੀਂ ਹੋਣਾ ਚਾਹੀਦਾ, ਕਿਉਂਕਿ ਮਾਨਯੋਗ ਅਦਾਲਤ ਨੇ ਅਗਰ ਕੋਈ ਫੈਸਲਾ ਸੁਣਾਇਆ ਤਾਂ ਉਹਦੀ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਉਹਦੀ ਇੰਪਲੀਮੈਂਟੇਸ਼ਨ ਹੋਣੀ ਵੀ ਜ਼ਰੂਰੀ ਹੈ। ਇਹਨਾਂ ਦੀ ਟ੍ਰਾਂਸਫਰ ਹੋਈ ਸੀ ਕਿਆ? ਦੇਖੋ ਸਰਕਾਰ ਨੂੰ ਟ੍ਰਾਂਸਫਰ ਹੋ ਗਈ ਸੀਗੀ ਇੱਥੋਂ ਦੀ ਜਲੰਧਰ ਤੋਂ ਬਤੌਰ ਸਬ ਰਜਿਸਟਰਾਰ 2, ਲੇਕਿਨ ਇਹਨਾਂ ਦੀ ਤੈਨਾਤੀ ਅੱਗੇ
ਨਵੇਂ ਆਦੇਸ਼ ਜਾਰੀ ਨਹੀਂ ਸੀ ਕੀਤੇ ਗਏ ਠੀਕ ਹੈ। ਤੇ ਨਾ ਤੇਲੀ ਉਪਲਬਧ ਸੀਗੇ। ਜਦੋਂ ਇਹ ਸਾਰਾ ਮਾਮਲਾ ਹੋਇਆ, ਇਹ ਮਾਮਲਾ ਇੰਨਾ ਜ਼ਿਆਦਾ ਤੂਲ ਪਕੜ ਗਿਆ, ਜੰਗਲ ਚ ਅੱਗ ਦੀ ਤਰ੍ਹਾਂ ਚੰਡੀਗੜ੍ਹ ਤੱਕ ਵੀ ਪਹੁੰਚਿਆ। ਬੜਾ ਮਾਮਲਾ, ਹਾਈ ਪ੍ਰੋਫਾਈਲ ਮਾਮਲਾ ਹੋ ਗਿਆ। ਕਿਉਂਕਿ ਇੱਕ ਅਧਿਕਾਰੀ ਉੱਥੇ ਬੈਨ ਨਹੀਂ ਦੇ ਰਿਹਾ ਆਪਣੀ ਚੇਅਰ ਦੇ ਉੱਪਰ, ਔਰ ਸਾਰੀ ਜਨਤਾ ਦੇਖ ਰਹੀ ਹੈ, ਸਾਰੀ ਜਨਤਾ ਦੇਖ ਰਹੀ ਹੈ, ਰੈਵਨਿਊ ਡਿਪਾਰਟਮੈਂਟ ਦਾ ਮਜ਼ਾਕ ਬਣ ਰਿਹਾ ਸੀ, ਜਨਤਾ ਦੇਖ ਰਹੀ ਸੀ ਸਰ। ਕੀ ਤਮਾਸ਼ਾ ਹੋ ਰਿਹਾ। ਉਸ ਚੱਕਰ ਚ ਕੀ ਹੋਇਆ ਬਈ, ਉਹ ਖਿੱਲੀ ਬੜੀ ਉੜੀ ਸਰਕਾਰ ਦੀ, ਪ੍ਰਸ਼ਾਸਨ ਦੀ, ਸਾਰਿਆਂ ਦੀ। ਫਿਰ ਇਹਨਾਂ ਦਾ ਉਸੇ ਵੇਲੇ ਇੱਕ ਆਰਡਰ ਆਇਆ ਸਰਕਾਰ ਵੱਲੋਂ, ਜਿਹਦੇ ਚ ਇਹਨਾਂ ਨੂੰ ਬਤੌਰ PWD ਜਲੰਧਰ ਦੇ ਵਿੱਚ ਇਹਨਾਂ ਨੂੰ ਮਤਲਬ ਤੈਨਾਤ ਕਰ ਦਿੱਤਾ ਗਿਆ, ਤਹਿਸੀਲਦਾਰ ਉੱਥੇ। ਉਸ ਤੋਂ ਬਾਅਦ ਇਹਨਾਂ ਨੇ ਚਾਰਜ ਛੱਡ ਦਿੱਤਾ, ਛੱਡਣਾ ਪੈਣਾ ਸੀਗਾ। ਲੇਕਿਨ ਮੇਰੀ ਇੱਕ ਸਵਾਲ ਹੋ ਰਿਹਾ ਰਵੀ ਜੀ, ਇੱਕ ਤਾਂ ਚੋਰੀ ਉੱਪਰ ਸੀ। ਨਹੀਂ ਇੱਕ ਗੱਲ ਦੱਸੋ, ਇਹ ਤੇ ਹੈ ਹੀ ਹੈ, ਅਗਰ ਇਹਨਾਂ ਕੋ ਮਾਨਯੋਗ ਅਦਾਲਤ ਦਾ ਟ੍ਰਾਂਸਫਰ ਦੇ ਨਾ ਹੋਣ ਕੀਤੀ ਜਾਵੇ, ਇਸ ਦੇ ਪ੍ਰਤੀ ਉਹਨਾਂ ਕੋ ਸਟੇ ਸੀ, ਫਿਰ ਨਵੇਂ ਆਰਡਰਾਂ ਦੇ ਬਾਅਦ ਵੀ ਕਿਉਂ ਛੱਡਿਆ? ਫਿਰ ਵੀ ਰਹੇ ਰਹਿੰਦੇ। मतलब फिर भी अड़े रह सकते। मतलब कि बैकफुट पे आ गए, बैकफुट ਤੇ ਤਾਂ ਆ ਗਏ ਨਾ ਜੀ, ਪੱਤੇ ਖੁੱਲਣੇ ਸ਼ੁਰੂ ਹੋ ਗਏ, ਪੱਤੇ ਖੁੱਲਣੇ ਸ਼ੁਰੂ ਹੋ ਗਏ। ਔਰ ਇਹ ਮੈਨੂੰ ਅਮਿਤ ਜੀ, ਤੁਸੀਂ ਕਾਫੀ ਟਾਈਮ ਤੋਂ ਰੈਵਨਿਊ ਡਿਪਾਰਟਮੈਂਟ ਕਵਰ ਕਰ ਰਹੇ ਹੋ, ਕੀ ਤੁਹਾਨੂੰ ਪਤਾ ਸੀ ਗੱਲ ਇਹ? ਰਵੀ ਜੀ ਤੁਸੀਂ ਹੈਰਾਨ ਹੋ ਜਾਓਗੇ, ਮੈਨੂੰ ਇੰਨੇ ਸਾਲ ਹੋ ਗਏ ਨੇ ਇੱਥੇ, ਇਹ ਮਾਮਲਾ ਜਿਹੜਾ ਹੈ ਕੋਈ ਵੀ ਇਸ ਬਾਰੇ ਖੁੱਲ ਕੇ ਬੋਲਣ ਨੂੰ ਤਿਆਰ ਹੀ ਨਹੀਂ ਸੀ। ਤੁਸੀਂ ਇਹ ਦੇਖੋ, ਇਹਨਾਂ ਨੇ ਇਹ ਬਤੌਰ ਪਟਵਾਰੀ ਤੈਨਾਤ ਸੀ, ਇਹ ਵੀ ਕਿਸੇ ਨੂੰ ਨਹੀਂ ਸੀ ਪਤਾ। ਦੂਜੀ ਗੱਲ ਇਹ ਹੈ ਵੀ ਇਹਨਾਂ ਨੇ ਇੰਨੇ ਸ਼ਾਨਦਾਰ ਤਰੀਕੇ ਨਾਲ ਸਾਰੀ ਚੀਜ਼ਾਂ ਗੋਲਮੋਲ ਕਰਕੇ ਰੱਖੀਆਂ ਹੋਈਆਂ ਸੀਗੀਆਂ। ਅਸੀਂ ਇਹਨਾਂ ਕੋਲੋਂ ਬਤੌਰ ਮੀਡੀਆ ਮੰਗਿਆ ਵੀ ਸਰ ਤੁਹਾਡੇ ਕੋਲ ਅਗਰ ਕੋਰਟ ਦਾ ਆਰਡਰ ਹੈ, ਕਾਈਂਡਲੀ ਮੀਡੀਆ ਨੂੰ ਦਿਖਾ ਦਿਓ। ਸਾਨੂੰ ਇਹਨਾਂ ਨੇ ਕਲੀਅਰ ਕਿਹਾ, मैं नहीं दिखाना जी, और डीसी साहब को कहा डीसी साहब को मैं ऑर्डर ले लो, मेरी डीसी साहब को सारा कुछ मैं देता है। असं जो डीसी साहब को गए हैं तो डीसी ने कहा भी मैं लीगल की राय लैन गए हैं तो शाम तक मामला क्लीयर करांगे। लेकिन इसी दौरान सरकार का आदेश आ गया और ये आपे ही उतों दी चार्ज छड़ के चले गए, जिस करके चलो बाद च कोर्ट ऑर्डर सानू लैन दी नहीं जरूरत पई। लेकिन क्योंकि ये मामला किते ना किते फिशी सीगा, मामले किते ना किते कोई ना कोई पेच नज़र आ रहे सी। फिर हॉट न्यूज़ इंडिया की टीम ने इत्ते पड़ताल की, 2-3 दिन 4 दिन लगातार पड़ताल की। ਅੰਮ੍ਰਿਤਸਰ ਤੋਂ ਡਾਕੂਮੈਂਟ ਮੰਗਾਏ, ਚੰਡੀਗੜ੍ਹ ਤੋਂ ਡਾਕੂਮੈਂਟ ਮੰਗਾਏ, ਹੋਰ ਦਫ਼ਤਰਾਂ ਤੋਂ ਡਾਕੂਮੈਂਟ ਲਿੱਤੇ। ਫਿਰ ਪਤਾ ਲੱਗਿਆ ਵੀ ਵਾਕਈ ਜਿਹੜੀ ਇਹ ਚੀਜ਼ ਹੈ ਇਹਦੇ ਵਿੱਚ ਪੂਰੀ ਦਾਲ ਹੀ ਕਾਲੀ ਹੈ। ਠੀਕ ਹੈ ਅਮਿਤ ਜੀ, ਥੈਂਕ ਯੂ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਇੱਕ ਅਧਿਕਾਰੀ ਜਿਹਦੇ ਤੇ ਆਰੋਪ ਲੱਗੇ ਔਰ ਇੱਕ IAS ਅਧਿਕਾਰੀ ਨੇ, IAS ਅੰਡਰ ਟ੍ਰੇਨਿੰਗ ਅਧਿਕਾਰੀ ਨੇ ਦੀ ਜਾਂਚ ਕੀਤੀ ਹੈ। 30 ਸਾਲ ਦੀ ਸਰਵਿਸ ਹੋ ਚੁੱਕੀ ਹੈ, ਰਿਟਾਇਰਮੈਂਟ ਬਿਲਕੁਲ ਨੇੜੇ ਹੈ। ਉਹਦੇ ਵਿੱਚ ਘਰ ਆ ਕੇ ਐਸੀ ਕਿਆ ਹੈ, ਇਹਨਾਂ ਦੇ ਮਨ 'ਚ ਕੀ ਸੀਗਾ ਕਿ ਉਹ ਕੁਰਸੀ ਛੱਡਣ ਦੇ ਲਈ ਰਾਜੀ ਨਹੀਂ ਹੋ ਰਹੇ ਸਨ। ਅਸੀਂ ਇਸ ਖਬਰ ਤੇ ਬਣੇ ਰਵਾਂਗੇ, ਤੁਹਾਨੂੰ ਹੋਰ ਅਪਡੇਟ ਦੇਵਾਂਗੇ। ਇਹਦਾ ਕੀ ਬਣਦਾ ਇਸ ਰਿਪੋਰਟ ਦਾ, ਜਿਹੜਾ 2019 ਦੀ ਜਿਹੜੀ ਜਾਂਚ ਹੋਈ ਸੀ, ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤਦ ਤੱਕ ਲਈ ਮੈਨੂੰ ਰਵੀ ਰੌਣਕਰ ਨੂੰ, ਮੇਰੇ ਸਾਥੀ ਕੁਮਾਰ ਬੀਤ ਨੂੰ ਇਜਾਜ਼ਤ ਦਿਓ। ਧੰਨਵਾਦ।